ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਵਿਜੀਲੈਂਸ ਅੱਜ ਕੋਰਟ 'ਚ ਕਰੇਗੀ ਪੇਸ਼। ਰਿਮਾਂਡ ਲੈਣ ਦੀ ਹੋਵੇਗੀ ਕੋਸ਼ਿਸ਼। ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੱਲ ਹੋਈ ਸੀ ਗ੍ਰਿਫਤਾਰੀ। ਅੰਮ੍ਰਿਤਸਰ 'ਚ ਪੀਪੀ ਕਿਟਾਂ ਦੀ ਖਰੀਦ ਦੇ ਮਾਮਲੇ ਦੀ ਹੋਏਗੀ ਜਾਂਚ। ਘੇਰੇ ਦੇ ਵਿੱਚ ਸਾਬਕਾ ਮੰਤਰੀ ਓਪੀ ਸੋਨੀ 43 ਕਰੋੜ 'ਚ ਖਰੀਦੀਆਂ ਗਈਆਂ ਸੀ 2000 ਕਿਟਾਂ। ਕੁਆਲਿਟੀ ਨੂੰ ਲੈ ਕੇ ਉੱਠੇ ਸਨ ਸਵਾਲ। ਲਾਰੈਂਸ ਬਿਸ਼ਨੋਈ ਦੇ ਭਾਂਜੇ ਸਚਿਨ ਥਾਪਨ ਅਤੇ ਦੂਜੇ ਗੈਂਗਸਟਰਾਂ ਦਾ ਨਕਲੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼। ਦਿੱਲੀ ਪੁਲਿਸ ਨੇ 5 ਮੁਲਜ਼ਮ ਕੀਤੇ ਗ੍ਰਿਫਤਾਰ। ਦੇਸ਼ ਛੱਡ ਕੇ ਭੱਜ ਚੁੱਕਿਆ ਹੈ ਸਚਿਨ। ਗੁਜਰਾਤ ਤੋਂ ਫੜੀ ਗਈ 350 ਕਰੋੜ ਦੀ ਹੈਰੋਇਨ ਦੇ ਲੁਧਿਆਣਾ ਨਾਲ ਜੁੜੇ ਤਾਰ। ਗੁਜਰਾਤ ਪੁਲਿਸ ਨੇ ਲੁਧਿਆਣਾ ਦੇ ਨੌਜਵਾਨ ਨੂੰ ਹਿਰਾਸਤ 'ਚ ਲਿਆ। ਕਸਟਮ ਹਾਊਸ ਏਜੰਟ ਦਾ ਕਰਿੰਦਾ ਹੈ ਮੁਲਜ਼ਮ। ਲੁਧਿਆਣਾ 'ਚ ਏਸੀਪੀ ਨਾਲ ਉਲਝੀ ਆਪ ਵਿਧਾਇਕ ਰਜਿੰਦਰਪਾਲ ਕੌਰ ਛੀਨਾ। ਰੇਡ ਕਰਨ ਪਹੁੰਚੀ ਮਹਿਲਾ ਅਧਿਕਾਰੀ ਤੋਂ ਪੁੱਛਿਆ, ਮੇਰੀ ਮਰਜ਼ੀ ਬਿਨਾ ਮੇਰੇ ਇਲਾਕੇ 'ਚ ਕਿਵੇਂ ਕਰਨ ਆਏ ਕਾਰਵਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਤੇ ਸਵਾਲ। ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਇਲਜ਼ਾਮ। ਐਸਜੀਪੀਸੀ ਨੇ ਜਤਾਇਆ ਇਤਰਾਜ਼। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣੀ ਕੈਬਨਿਟ ਸਬ ਕਮੇਟੀ ਦੀ ਅੱਜ ਅਹਿਮ ਮੀਟਿੰਗ। ਪੰਜਾਬ ਸਕੱਤਰੇਤ 'ਚ ਦੁਪਹਿਰ 3 ਵਜੇ ਹੋਏਗੀ ਬੈਠਕ। ਮੋਹਾਲੀ ਦੀ ਇੱਕ ਹਾਈ ਪ੍ਰੋਫਾਈਲ ਸੁਸਾਇਟੀ ਦੇ ਵਿੱਚ ਲੋਕਾਂ ਦਾ ਅਨੋਖਾ ਪ੍ਰਦਰਸ਼ਨ। ਮੀਂਹ ਦੇ ਪਾਣੀ ਦਾ ਹੱਲ ਨਾ ਹੋਣ ਤੇ ਭੜਕੇ ਕਾਲੋਨੀ ਵਾਸੀ। ਗੁੱਸੇ 'ਚ ਆਏ ਲੋਕਾਂ ਨੇ ਸੁਸਾਇਟੀ ਦੇ ਦਫ਼ਤਰ 'ਚ ਸੁੱਟਿਆ ਗੰਦਾ ਪਾਣੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ 'ਚ ਸਭ ਤੋਂ ਅੱਗੇ ਭਾਰਤੀ ਮੂਲ ਦੇ ਰਿਸ਼ੀ ਸੁਨਕ। ਪਹਿਲੇ ਰਾਊਂਡ ਦੇ ਵਿੱਚ ਮਿਲੀਆਂ ਸਭ ਤੋਂ ਵੱਧ ਵੋਟਾਂ। ਬੋਰਿਸ ਜੌਨਸਨ ਦੇ ਅਸਤੀਫੇ ਤੋਂ ਬਾਅਦ ਨਵੇਂ ਪੀਐਮ ਨੂੰ ਚੁਣਨ ਲਈ ਚੱਲ ਰਹੀ ਹੈ ਪ੍ਰਕਿਰਿਆ। सत श्री अकाल, मैं अर्शदीप संधू। न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं वड्डी खबर दे नाल। कुमार विश्वास की सुरक्षा च इजाफा कर दिता गया है। कुमार विश्वास नूं हुण Y+ सिक्योरिटी मिल गई है। सुरक्षा च इजाफा किया है। कुमार विश्वास नूं CRPF की Y+ सिक्योरिटी मिली है। कुमार विश्वास के कोल पहला Y सिक्योरिटी सी। इजाफा कर दिता गया है। ਵੱਖਵਾਦੀਆਂ ਤੋਂ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਵਧਾਈ ਗਈ ਹੈ। ਕੁਮਾਰ ਨੇ ਕੇਜਰੀਵਾਲ ਤੇ ਖਾਲਿਸਤਾਨੀਆਂ ਨਾਲ ਗੰਢ ਤੁੱਪ ਦਾ ਇਲਜ਼ਾਮ ਲਗਾਇਆ ਸੀ। ਚੋਣਾਂ ਤੋਂ ਪਹਿਲਾਂ ਇਹ ਇਲਜ਼ਾਮ ਲਗਾਏ ਸੀ, ਜਿਸ ਦੇ ਚੱਲਦੇ Y ਸਿਕਿਉਰਿਟੀ ਪਹਿਲਾਂ ਦਿੱਤੀ ਗਈ ਸੀ ਤੇ ਹੁਣ ਇਜ਼ਾਫਾ ਕਰ ਦਿੱਤਾ ਗਿਆ ਹੈ। ਹੁਣ Y+ ਸਿਕਿਉਰਿਟੀ ਦੇ ਦਿੱਤੀ ਗਈ ਹੈ। ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। CRPF ਦੀ Y+ ਸਿਕਿਉਰਿਟੀ ਮਿਲੀ ਹੈ। ਇਸ ਤੋਂ ਪਹਿਲਾਂ Y ਸਿਕਿਉਰਿਟੀ ਦੇ ਤਹਿਤ 4 CRPF ਜਵਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿੰਦੇ ਸਨ, ਲੇਕਿਨ ਹੁਣ Y+ ਕਰ ਦਿੱਤੀ ਗਈ ਹੈ। ਸੁਰੱਖਿਆ 'ਚ ਇਜ਼ਾਫਾ ਕਰ ਦਿੱਤਾ ਗਿਆ ਹੈ। ਕੁਮਾਰ ਵਿਸ਼ਵਾਸ ਦੀ ਸੁਰੱਖਿਆ 'ਚ ਇਜ਼ਾਫਾ ਕੀਤਾ ਗਿਆ ਹੈ। ਵੱਖਵਾਦੀਆਂ ਤੋਂ ਖਤਰੇ ਦੇ ਮੱਦੇਨਜ਼ਰ ਇਹ ਸੁਰੱਖਿਆ ਵਧਾਈ ਗਈ ਹੈ। ਟਿੱਪਣੀਆਂ ਕੀਤੀਆਂ ਗਈਆਂ ਸੀ ਚੋਣਾਂ ਤੋਂ ਪਹਿਲਾਂ। ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀਆਂ ਦੇ ਨਾਲ ਸਬੰਧ ਦੱਸੇ ਗਏ ਸੀ। ਕੁਮਾਰ ਵਿਸ਼ਵਾਸ ਦੇ ਵੱਲੋਂ ਗੰਢ-ਤੁੱਪ ਦਾ ਇਲਜ਼ਾਮ ਲਗਾਇਆ ਸੀ, ਜਿਸ ਦੇ ਚੱਲਦੇ ਕੁਮਾਰ ਵਿਸ਼ਵਾਸ ਨੂੰ ਹੁਣ Y+ ਸਿਕਿਉਰਿਟੀ ਦੇ ਦਿੱਤੀ ਗਈ ਹੈ। शंकर आनंद साडे सहयोगी जुड़े हैं दिल्ली तो फोन लाइन दे उत्ते। शंकर, क्या कुछ जानकारी आपके पास? देखिए, देश के काफी चर्चित कवि और आम आदमी पार्टी के काफी वरिष्ठ सहयोगी रहे कुमार विश्वास की सुरक्षा व्यवस्था काफी बढ़ा दी गई है। अब उनको CRPF के द्वारा Y+ श्रेणी की सुरक्षा व्यवस्था प्रदान की गई है। Y+ सुरक्षा व्यवस्था की अगर बात करें, के तहत 11 सुरक्षाकर्मी उनके साथ में तैनात रहेंगे। और पहले जो है, हालांकि उनको पहले Y कैटेगरी की सुरक्षा व्यवस्था थी, जिसके तहत 4 निजी सुरक्षा कमांडो जो है उनके साथ में होते थे, लेकिन अब 11 सुरक्षाकर्मी उनके सुरक्षा व्यवस्था में शामिल होंगे। और जिस तरह से देखा जाए कि पंजाब चुनाव के वक्त में, पंजाब में जब विधानसभा चुनाव चल रहा था, उस वक्त में जिस तरह से उन्होंने दिल्ली के मुख्यमंत्री अरविंद केजरीवाल पर कई संगीन आरोप लगाए थे, इसके साथ ही अलगाववादियों के साथ उनके कनेक्शन संबंधित जिस तरह से आरोप लगाए थे, तो इस तरह तमाम मसलों को देखते हुए अलगाववादी और इस तरह की जो व्यवस्था है उस पर जिस तरह से उन्होंने आरोप लगाया था, लिहाजा इसी मामले की गंभीरता को देखते हुए उनका सुरक्षा व्यवस्था का जो एक मुआयना किया गया और तमाम चीजों को ध्यान में रखते हुए कुमार विश्वास की सुरक्षा व्यवस्था को अब Y+ की श्रेणी के तहत लाया गया है। और यानी कि कुल 11 सुरक्षा कर्मी उनके साथ में होंगे। हालांकि उसमें
सीआरपीएफ के 2 कमांडो होंगे और साथ में स्थानीय पुलिस उनके साथ में मौजूद रहेगी। तो एक तरह से कह सकते हैं कि कुमार विश्वास की सुरक्षा व्यवस्था बढ़ाने का जो निर्णय लिया गया है वो केंद्रीय खुफिया विभाग और इसके साथ साथ स्थानीय पुलिस अधिकारियों की एक रिकमेंडेशन लेटर जो है, जो एक लिखा गया था कि उनकी सुरक्षा व्यवस्था में और ज्यादा बढ़ोतरी करने का एक जो फैसला लिया गया, उसी के तहत Y+ की श्रेणी फिलहाल उन्हें प्रदान की गई है। जी शुक्रिया शंकर पूरी जानकारी के लिए। ਤਾਂ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖੁਫੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ Y ਸਿਕਿਉਰਿਟੀ ਸੀ ਪਹਿਲਾਂ, ਲੇਕਿਨ ਹੁਣ Y+ ਸਿਕਿਉਰਿਟੀ ਦੇ ਦਿੱਤੀ ਗਈ ਹੈ, ਯਾਨੀ ਕਿ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਵੱਖਵਾਦੀਆਂ ਤੋਂ ਖਤਰੇ ਦਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਹੈ, ਜਿਸ ਤੋਂ ਬਾਅਦ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੁਮਾਰ ਵਿਸ਼ਵਾਸ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਖਾਲਿਸਤਾਨੀਆਂ ਦੇ ਵਿਚਾਲੇ ਗੰਢ ਧੁੱਪ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਨੂੰ ਲੈ ਕੇ ਉਹਨਾਂ ਤੇ ਪਲਟਵਾਰ ਵੀ ਆਮ ਆਦਮੀ ਪਾਰਟੀ ਲਗਾਤਾਰ ਕਰਦੀ ਨਜ਼ਰ ਆਈ। ਉਸ ਵੇਲੇ ਵੀ ਸੁਰੱਖਿਆ ਦੇ ਦਿੱਤੀ ਗਈ ਸੀ ਕੁਮਾਰ ਵਿਸ਼ਵਾਸ ਨੂੰ, ਤੇ ਹੁਣ ਸੁਰੱਖਿਆ 'ਚ ਇਜ਼ਾਫਾ ਕਰ ਦਿੱਤਾ ਗਿਆ ਹੈ। ਉਧਰ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਕਿਹਾ ਕਿ ਮੂਸੇਵਾਲਾ ਗੀਤਾਂ ਰਾਹੀਂ ਸਾਨੂੰ ਉਕਸਾਉਂਦਾ ਸੀ। ਇਹ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੇ ਵਿੱਚ ਕਿਹਾ ਹੈ ਕਿ ਮੂਸੇਵਾਲਾ ਗੀਤਾਂ ਰਾਹੀਂ ਸਾਨੂੰ ਉਕਸਾਉਂਦਾ ਸੀ, ਗੀਤਾਂ ਦੇ ਵਿੱਚ ਬੰਬੀਹਾ ਗਿਰੋਹ ਦਾ ਗੁਣਗਾਨ ਕਰਦਾ ਸੀ, ਗੀਤਾਂ ਰਾਹੀਂ ਹਮਲਾ ਕਰਨ ਦੀ ਸ਼ਰੇਆਮ ਚੁਣੌਤੀ ਦਿੰਦਾ ਸੀ, ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਕਤਲ ਕੀਤਾ ਹੈ। ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ 'ਚ ਕਿਹਾ ਹੈ ਸਿੱਧੂ ਮੂਸੇਵਾਲਾ ਦਾ ਸੁਪਾਰੀ ਲੈ ਕੇ ਕਤਲ ਨਹੀਂ ਕੀਤਾ। ਇਹ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ। ਪੁੱਛਗਿੱਛ ਦੇ ਵਿੱਚ ਇਹ ਗੱਲਾਂ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਹੀਆਂ ਗਈਆਂ ਨੇ। ਕਿਹਾ ਹੈ ਕਿ ਮੂਸੇਵਾਲਾ ਗੀਤਾਂ ਦੇ ਰਾਹੀਂ ਸਾਨੂੰ ਉਕਸਾਉਂਦਾ ਸੀ, ਹਮਲਾ ਕਰਨ ਦੀ ਸ਼ਰੇਆਮ ਚੁਣੌਤੀ ਦਿੰਦਾ ਸੀ ਤੇ ਆਪਣੇ ਗੀਤਾਂ 'ਚ ਬੰਬੀਹਾ ਗਿਰੋਹ ਦਾ ਗੁਣਗਾਨ ਕਰਦਾ ਸੀ। ਅਸੀਂ ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਕਤਲ ਕੀਤਾ ਹੈ, ਸੁਪਾਰੀ ਲੈ ਕੇ ਕਤਲ ਨਹੀਂ ਕੀਤਾ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਗਾਤਾਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸੁਪਾਰੀ ਲੈ ਕੇ ਕਤਲ ਨਹੀਂ ਕੀਤਾ, ਗੀਤਾਂ ਦੇ ਵਿੱਚ ਗੁਣਗਾਨ ਕਰਦਾ ਸੀ ਬੰਬੀਹਾ ਗਰੁੱਪ ਦਾ, ਜਿਹੜਾ ਕਿ ਵਿਰੋਧੀ ਗਰੁੱਪ ਹੈ ਲਾਰੈਂਸ ਬਿਸ਼ਨੋਈ ਦਾ, ਬੰਬੀਹਾ ਗਰੁੱਪ ਦਾ। ਇਹ ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਬੰਬੀਹਾ ਗਰੁੱਪ ਦਾ ਗੁਣਗਾਨ ਕਰਦਾ ਸੀ, ਸਾਨੂੰ ਸ਼ਰੇਆਮ ਹਮਲਾ ਕਰਨ ਦੀ ਚੁਣੌਤੀ ਦਿੰਦਾ ਸੀ ਤੇ ਅਸੀਂ ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਕਤਲ ਕੀਤਾ ਹੈ, ਫਿਰੌਤੀ ਲਈ, ਸੁਪਾਰੀ ਲਈ ਕਤਲ ਨਹੀਂ ਕੀਤਾ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਮੰਨਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਉਸ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਪੰਜਾਬ ਪੁਲਿਸ ਇਸ ਵੇਲੇ ਪੁੱਛਗਿੱਛ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਸੁਪਾਰੀ ਲਈ ਕਤਲ ਨਹੀਂ ਕੀਤਾ, ਸੁਪਾਰੀ ਲੈ ਕੇ ਕਤਲ ਨਹੀਂ ਕੀਤਾ, ਆਪਣਾ ਦਬਦਬਾ ਕਾਇਮ ਰੱਖਣ ਲਈ ਕਤਲ ਕੀਤਾ ਹੈ। ਕਿਹਾ ਹੈ ਕਿ ਸਿੱਧੂ ਮੂਸੇਵਾਲਾ ਸਾਨੂੰ ਸ਼ਰੇਆਮ ਚੁਣੌਤੀ ਦਿੰਦਾ ਸੀ। मनोज राठी साडे सहयोगी जुड़े ने होर जानकारी दे लई। मनोज की कुछ पुछगिछ दे विच सामने आया है? देखो ਇਹਦੇ ਵਿੱਚ ਜਿਹੜੀ ਲਗਾਤਾਰ ਪੁੱਛਗਿੱਛ ਹੋ ਰਹੀ ਹੈ ਲਾਰੈਂਸ ਬਿਸ਼ਨੋਈ ਤੋਂ, ਅਸੀਂ ਨਵੇਂ ਖੁਲਾਸੇ ਜਿਹੜੇ ਹੈ ਉਹ ਲਗਾਤਾਰ ਡੇਲੀ ਹੋ ਰਹੇ ਹਨ ਤੇ ਹੁਣ ਇੱਕ ਹੋਰ ਜਿਹੜੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਲਗਾਤਾਰ ਪਹਿਲਾਂ ਜਿਹੜਾ ਬਦਲੇ ਦੀ ਗੱਲ ਕਰ ਰਿਹਾ ਸੀਗਾ ਵਿੱਕੀ ਮਿੱਟੂ, ਤੇ ਹੁਣ ਇੱਕ ਹੋਰ ਨਵੀਂ ਜਿਹੜੀ ਨਿਕਲ ਕਰ ਆਈ ਹੈ ਉਹਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਪਹਿਲਾਂ ਵੀ ਇਹਦੇ ਸ਼ੱਕ ਸੀਗੇ ਕਿ ਇਹ ਦੂਜੇ ਜਿਹੜਾ ਸਾਡਾ ਦੁਸ਼ਮਣ ਹੈ ਉਹਨੂੰ ਪ੍ਰਮੋਟ ਕਰਦਾ ਸੀ। ਬੰਬੀਹਾ ਜਿਹੜਾ ਸੌਂਗ ਤੁਸੀਂ ਯਾਦ ਹੋਣਾ, ਜਦ ਬੰਬੀਹਾ ਬੋਲੇ ਸੌਂਗ ਗਾਇਆ ਸੀਗਾ ਸਿੱਧੂ ਮੂਸੇਵਾਲੇ ਨੇ, ਉਸ ਤੋਂ ਕਾਫੀ ਨਾਰਾਜ਼ ਲਾਰੈਂਸ ਬਿਸ਼ਨੋਈ ਦੇ ਗਰੁੱਪ ਉਹ ਕਾਫੀ ਨਾਰਾਜ਼ ਚੱਲ ਰਿਹਾ ਸੀਗਾ ਕਿ ਤੂੰ ਸਾਡੇ ਦੁਸ਼ਮਣਾਂ ਨੂੰ ਪ੍ਰਮੋਟ ਕਰ ਰਿਹਾ, ਇਸ ਤਰ੍ਹਾਂ ਦੇ ਸੌਂਗ ਗਾ ਕੇ ਲੋਕਾਂ ਨੂੰ ਤੁਸੀਂ ਅਟਰੈਕਟਿਵ ਕਰ ਰਹੇ ਹੋ ਤੇ ਸਾਡੇ ਜਿਹੜੇ ਦੁਸ਼ਮਣ ਨੇ ਬੰਬੀਹਾ ਬੋਲੇ ਇਹਨਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਕਿਉਂ ਕਰ ਰਹੇ ਹੋ? ਇਸ ਗੱਲ ਨੂੰ ਲੈ ਕੇ ਵੀ ਕਈ ਜਿਹੜੀ ਨਾਰਾਜ਼ਗੀ ਹੈ ਪਹਿਲਾਂ ਵੀ ਜਤਾਈ ਸੀ ਤੇ ਇਹਨੇ ਇਹ ਵੀ ਗੱਲ ਮੰਨੀ ਹੈ ਕਿ ਇਹ ਜਿਹੜੇ ਸਿੱਧੂ ਮੂਸੇਵਾਲੇ ਜਿਹੜੇ ਸੌਂਗ ਆਉਂਦਾ ਸੀਗਾ ਕਈ ਜਿਹੜੇ ਹੈਗੇ ਗਲਤ ਸੌਂਗ ਇਹਨੇ ਗਾਏ ਹੈ ਜਿਹਨੂੰ ਲੈ ਕੇ ਸਾਨੂੰ ਨਾਰਾਜ਼ਗੀ ਸੀ ਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਸੌਂਗ ਸਿੱਧੂ ਮੂਸੇਵਾਲਾ ਜਿਹੜਾ ਹੈ ਉਸ ਆਵੇ। ਇਹ ਵੀ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਰੀਜ਼ਨ ਰਿਹਾ ਜਿਹੜਾ ਪੁਲਿਸ ਸੋਰਸਿਸ ਤੋਂ ਜਾਣਕਾਰੀ ਨਿਕਲ ਕਰ ਸਾਹਮਣੇ ਆ ਰਹੀ ਹੈ ਕਿ ਆਖਿਰ
इस तरह की दुश्मनी क्यों हो गई सी सिद्धू मूसेवाले ते कि उन्हें इन्नी बुरी तरह बेरहमी नाल इस तरह की जिहड़ा हैगा मर्डर करवाया ते इलावा इस तो इलावा जिहड़ी प्लैनिंग हुई है, रैकी हुई है और कई चीज़ां हुई है, इतना बड़ा हाई प्रोफाइल मर्डर करवाया गया, काफ़ी प्लैनिंग के तहत पैसा जिहड़ा हैगा खर्च किया, हथियार जिहड़े हैं AK-47 के नाल जिहड़े 9mm के पिस्टल यूज किया गया, फौजी शार्पशूटर बड़े बड़े दे विच लाए गए, तो किते ना किते काफ़ी सारे कारण जिहड़े हैं वो हुण सामने आ रहे हैं, काफ़ी सारे जिहड़े रीजनस ने वो सामने आ रहे हैं कि आखिर जिहड़ा लॉरेंस बिश्नोई है या फिर उन्होंने जिहड़े गुरगे हैं या फिर गोल्डी बराड़ नूं जिहड़ी जिम्मेवारी दित्ती गई सी या फिर उस तो पहला हाशिम बाबा तों ये गल सामने आई सी ते ये हुण निकल कर सामने आ रही है कि ये लॉरेंस बिश्नोई सिद्धू मूसेवाले दे सॉन्ग नूं भी लैके जिहड़ा हैगा वो काफी नाराज सीगा। बंबीहा ग्रुप का खास इहदे विच नाम जिहड़ा हैगा वो लिखा गया कि बंबीहा बोले दा जिहड़ा सॉन्ग ने सीगा असीं पहला भी ये मना कीता सीगा। इस तरह दी चीज़ां हुण निकल कर सामने आ रही है। जी शुक्रिया मनोज पूरी जानकारी दे लई। तां पुछगिछ लगातार लॉरेंस बिश्नोई तो हो रही है ते लॉरेंस बिश्नोई ने पुछगिछ दे विच किहा है कि बंबीहा ग्रुप दा गुणगान करदा सी सिद्धू मूसेवाला अपने गीतां दे विच ते सानू शरेआम हमले दी चुनौती दिंदा सी ते असीं अपना दबदबा रखण दे लई कतल कीता है। एक होर वड्डी खबर सिद्धू मूसेवाला कतलकांड दे नाल जुड़ी हुई लॉरेंस बिश्नोई दे भांजे सचिन थापन दा नकली पासपोर्ट बनाउण वालियां नूं गिरफ्तार किया गया है। दिल्ली पुलिस ने 5 लोकां नूं गिरफ्तार किया है। मुलजमां दे विच एक महिला भी शामिल है। राहुल नाम दे शख्स ने फर्जी पासपोर्ट बनाए सी। एक पासपोर्ट बनाउण दे लई 1.5 लाख रुपए लए सी। संगम विहार दे पते ते सचिन थापन दा नकली पासपोर्ट बनाया सी। लॉरेंस बिश्नोई दा भांजा है गैंगस्टर सचिन थापन। सिद्धू मूसेवाला कतलकांड दे विच सचिन थापन शामिल सी। गैंगस्टर सचिन थापन दी भाल दे विच इस वेले पुलिस जुटी हुई है। न्यूज़ 18 ते गैंगस्टर सचिन थापन ने मूसेवाला दे कतल करन दा भी दावा कीता सी। सचिन ने कहा सी कि उसने अपने हत्थां दे नाल मूसेवाला ते फायरिंग कीती सी, लेकिन जांच दे विच जिहड़े शूटर ने ਉਹ ਹੋਰ ਆਇਡੈਂਟੀਫਾਈ ਕੀਤੇ ਗਏ ਨੇ, ਲੇਕਿਨ ਇਹ ਕਤਲकांड ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਦੱਸਿਆ ਜਾਂਦਾ ਹੈ ਤੇ ਇਸ ਦਾ ਨਕਲੀ पासपोर्ट बनाने वालियां नूं गिरफ्तार किया गया है। शंकर आनंद साडे सहयोगी जुड़े ने दिल्ली तो होर जानकारी दे लई। शंकर, क्या कुछ जानकारी इन फर्जी पासपोर्ट्स के बारे में? तो कोशिश करांगे गलबात करन दी शंकर दे नाल। ਇਹ जानकारी जो सामने आई है, लॉरेंस दे भांजे सचिन थापन दा नकली पासपोर्ट बनाया इन्हां लोकां ने। 5 लोग ने जिन्हां नूं गिरफ्तार किया गया है ते कई होर गैंगस्टरां दे भी नकली पासपोर्ट इन्हां ने बनाए ने। शंकर आनंद साडे सहयोगी जुड़े हुए हैं। शंकर, क्या कुछ जानकारी इन नकली पासपोर्ट बनाने वालों के बारे में? साउथ दिल्ली पुलिस ने इस मामले में खुलासा करते हुए कल ये तमाम मामलों की जानकारी दिया कि किस तरह से नकली पासपोर्ट और किस तरह से एक रैकेट जो है ये बनाया गया था। और इस मामले में सिद्धू मूसेवाला हत्याकांड के मास्टरमाइंड जितने थे उनमें से एक सचिन थापन के बारे में बताया गया कि फर्जी पासपोर्ट के सहारे किस तरह से विदेश भागा था। इस मामले में दिल्ली पुलिस ने उस शख्स को भी गिरफ्तार किया जिसने नकली पासपोर्ट बनाया, जिसके सहारे वो विदेश भागने में कामयाब हुआ। और इस मामले में सचिन थापन के बारे में बताया गया कि पूरी प्लानिंग गैंगस्टर लॉरेंस बिश्नोई ने रची थी और इस काम को अंजाम दिया था कनाडा में बैठे गोल्डी बराड़ और उसके भांजे सचिन थापन ने। और गोल्डी बराड़ के बारे में जिस तरह से पता है कि वो कनाडा में बैठ करके जिस तरह से इस मामले को अंजाम दे रहा था और इसके साथ साथ इस पूरे ऑपरेशन में उसके भांजे सचिन थापन की भूमिका काफी महत्वपूर्ण थी। और सचिन थापन फर्जी पासपोर्ट के सहारे विदेश भागने में कामयाब हो गया था। दिल्ली पुलिस को इस मामले में हालांकि कल एक बड़ी कामयाबी हाथ में लगी। एक खास सॉफ्टवेयर का इस्तेमाल करके थापन ने ये पासपोर्ट बनाया था और उस सॉफ्टवेयर के बारे में विस्तार से जानकारी मिली। और इस मामले में डीसीपी साउथ दिल्ली की जो डीसीपी हैं बेनीता मेरीजेकर, उन्होंने इस मामले में बताया कि सचिन थापन को फर्जी पासपोर्ट के सहारे विदेश भगाया गया और नकली पासपोर्ट का इस्तेमाल कर मूसेवाला हत्याकांड का मुख्य जो साजिश करता रहा है सचिन थापन, वो किस तरह से इस मामले में और कई लोगों के साथ में जुड़ा हुआ था। तो इन तमाम मामलों पर विस्तार से बताया गया। इसके साथ ही एक आरोपी को के बारे में बताया गया था कि जिस दिल्ली के संगम विहार इलाके से जब पकड़ा गया था तो इसी से उस सॉफ्टवेयर के बारे में जानकारी मिली जिसका प्रयोग करके सचिन थापन ने अपनी तस्वीर के साथ छेड़खानी की और फर्जी पासपोर्ट बना करके जाली दस्तावेज बनाया था। तो एक तरह से कह सकते हैं कि इस मामले में कल दिल्ली पुलिस की टीम ने एक बड़ा खुलासा किया था और उसके बारे में इन तमाम मामलों की
विस्तार से जानकारी दी थी। जी ਜੀ ਸ਼ੁਕਰੀਆ ਸ਼ੰਕਰਪੁਰੀ ਜਾਣਕਾਰੀ ਕੇ लिए। ਤਾਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਮਹਿਲਾ ਵੀ ਇਹਨਾਂ ਦੇ ਵਿੱਚ ਸ਼ਾਮਲ ਹੈ। ਨਕਲੀ ਪਾਸਪੋਰਟ ਬਣਾਉਂਦੇ ਸੀ। ਲਾਰੈਂਸ ਦੇ ਭਾਣਜੇ ਦਾ ਨਕਲੀ ਪਾਸਪੋਰਟ ਬਣਾਇਆ ਸਚਿਨ ਥਾਪਨ, ਜੋ ਕਿ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ। ਸਚਿਨ ਥਾਪਨ ਜੋ ਇਸ ਵੇਲੇ ਫਰਾਰ ਹੈ, ਮੁਲਕ ਛੱਡ ਕੇ ਭੱਜ ਚੁੱਕਿਆ ਹੈ। ਸਚਿਨ ਥਾਪਨ ਦਾ ਨਕਲੀ ਪਾਸਪੋਰਟ ਇਹਨਾਂ ਨੇ ਬਣਾਇਆ ਸੀ। ਕਈ ਹੋਰ ਗੈਂਗਸਟਰਾਂ ਦੇ ਵੀ ਨਕਲੀ ਪਾਸਪੋਰਟ ਬਣਾਏ ਸੀ। 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।